ਮੁਹੰਮਦ ਇਕਬਾਲ ਨੇ 12 ਬੋਰ ਦੇ ਨਾਲ ਮੇਰੇ ਭਾਈ ਮੁਜ਼ੱਫਰ ਹੁਸੈਨ ਤੇ ਕਤਲਾਨਾ ਹਮਲਾ ਕਰ ਦਿੱਤਾ ਤੇ ਮੁਜ਼ੱਫਰ ਨੂੰ ਗੋਲੀ मार दी। 2 से 3 दिन पहले की बात है, उन सब ने मिलकर मुझ पर मर्डर अटैक भी किया है। एले इलाका गाँव पूरा उन्ना तो खौफजदा है उस बंदे। खौफ की अलामत बना 2 इंसानी जिंदगियां निगलने वाला इश्तिहारी मुलजिम 8 साल बाद भी पुलिस के हत्थे क्यों न चढ़ सका। थाना बुलानी की हदूद मौजिया धंधी चाट में 2016 में एक इकदाम कत्ल करने वाला इश्तिहारी मुलजिम 2020 में वापस अपने गांव आता है और मुकदमा की पैरवी को रोकने के लिए मुजफ्फर हुसैन को सरेआम कत्ल कर देता है। ये कत्ल का वक़ुआ करने के बाद भी ये इश्तिहारी मुलजिम फरार हो जाता है और अगले मुद्दई मुकदमा को गजनफर हुसैन को भी सरेआम कत्ल करता है और फरार हो जाता है। पुलिस इन तीनों वक़ुआजात के बाद भी इस मुलजिम को गिरफ्तार न कर सकी, जो कि गाहे बगाहे आता है और गाँव में कत्ल करके वापस पब्बी के एरिया में छुप जाता है या कहीं दूर चला जाता है। अभी इन मकतूलीन के वरसा को ये धमकी भी है कि जो इन 2 मकतूल भाइयों का तीसरा भाई है वाजिद हुसैन, उसे भी कत्ल कर दिया जाएगा और फिर उसके बाद ये इश्तिहारी मुलजिम या पेश होगा या मजीद इनका कोई नुकसान करेगा। ये मकतूलीन के वरसा किस खौफ के आलम में ज़िंदगी गुजार रहे हैं, आइए उनकी तरफ चलते हैं और उनकी कहानी उन्हीं की ज़ुबानी जानते हैं। सर ये वाक़यात 2016 ਤੋਂ ਹੋ ਰਹੇ ਨੇ, 4 ਤੋਂ 5 ਹੋ ਚੁੱਕੇ ਨੇ। पहला वाकया क्यों है? ਪਹਿਲਾ ਵਾਕਿਆ ਸਰ ਮੇਰੇ ਉੱਪਰ ਔਰ ਮੇਰੇ ਛੋਟਾ ਭਾਈ ਗਜ਼ਨਫਰ ਅਲੀ ਉਸਦੇ ਉੱਪਰ ਇਥੋਂ ਘਰੋਂ ਨਿਕਲਿਆ ਸੀ ਸਵੇਰ ਤੇ ਰਸਤੇ ਵਿੱਚ ਇਹਨਾਂ ਨਾਕਾ ਲਾਇਆ ਸੀ ਆਪਣੇ ਘਰ ਦੇ ਕੋਲ। किन्ना ने? ਮੁਹੰਮਦ ਇਕਬਾਲ ਹੈ, ਇਫਤਖਾਰ ਹੈ, ਮੁਹੰਮਦ ਯਾਕੂਬ ਹੈ, ਇਹਨਾਂ ਨੇ ਨਾਕਾ ਲਾਇਆ ਸੀ। ये मुखालफ ने ਤੁਹਾਡੇ? ਮੁਖਾਲਫ ਨੇ। किस गल तो? ਸਰ ਜ਼ਮੀਨ ਦਾ ਤਨਾਜ਼ਾ ਇਹ ਕਹਿੰਦੇ ਨੇ, ਲੇਕਿਨ ਕਾਗਜ਼ੀ ਤੌਰ ਤੇ ਜ਼ਮੀਨ ਦਾ ਕੋਈ ਤਨਾਜ਼ਾ ਨਹੀਂ ਸਰ। ਇਕਬਾਲ ਔਰ ਇਫਤਖਾਰ ਨੇ ਦੋਵਾਂ ਕੋਲ ਡੰਡੇ ਸੀ। ठीक है। ਮੁਹੰਮਦ ਯਾਕੂਬ ਕੋਲ ਕੁਲਾੜੀ ਸੀ। ਇਹਨਾਂ ਨੇ ਸਾਡੇ ਉੱਪਰ ਹਮਲਾ ਕਰ ਦਿੱਤਾ। ठीक है। ਇੱਕ ਬਾਜ਼ੂ ਮੁਹੰਮਦ ਇਕਬਾਲ ਨੇ ਤੋੜਿਆ, ਇੱਕ ਬਾਜ਼ੂ ਜਿਹੜਾ ਇਫਤਖਾਰ ਨੇ ਤੋੜਿਆ। ਸ਼ਦੀਦ ਜ਼ਖਮੀ ਹੋਇਆ। ਇਤਨੀ ਦੇਰ ਸ਼ੋਰ ਸ਼ਰਾਬੇ ਦੀ ਵਜ੍ਹਾ ਤੋਂ ਅਹਿਲੇ ਮੁਹੱਲਾ ਜਮ੍ਹਾਂ ਹੋ ਗਏ। ਉਹਨਾਂ ਨੇ ਆ ਕੇ ਸਾਡੀ ਜਾਨ ਛੁਡਾਈ। ਅਸੀਂ ਫਿਰ ਥਾਣਾ ਪਹੁੰਚੇ ਹਾਂ। ਗ੍ਰਿਫਤਾਰੀ ਦੀਆਂ ਬੁਰੀਆਂ ਜ਼ਮਾਨਤਾਂ ਕਰਾ ਕੇ ਆਏ ਨੇ। ਬਾਰੀ ਬਾਰੀ ਇਹ ਆਉਂਦੇ ਰਹੇ ਨੇ ਤੇ ਪੇਸ਼ ਹੋ ਕੇ ਫਿਰ ਜ਼ਮਾਨਤ ਕਰਾ ਕੇ ਫਰਾਰ ਹੋ ਜਾਂਦੇ ਰਹੇ। फिर जमानत कराने तो बाद तरीका ते नहीं गए? नहीं गए, बिल्कुल इश्तिहारी हो गए। इश्तिहारी हो गए। फिर कुछ अरसे बाद इफ्तिखार आया सी, उसने जमानत कराई है। जमानत करा के इसने 2016 ਦੇ ਵਿੱਚ ਪਲਾਨ ਕਰਾਇਆ ਮੁਹੰਮਦ ਇਕਬਾਲ ਨਾਲ ਰਲ ਕੇ। ਮੁਹੰਮਦ ਇਕਬਾਲ ਨੇ 12 ਬੋਰ ਦੇ ਨਾਲ ਮੇਰੇ ਭਾਈ ਮੁਜ਼ੱਫਰ ਹੁਸੈਨ ਤੇ ਕਤਲਾਨਾ ਹਮਲਾ ਕਰ ਦਿੱਤਾ, ਜੋ ਕਿ ਮੇਰੇ ਭਾਈ ਮੌਕੇ ਤੇ ਹੀ ਡੈਥ ਹੋ ਗਈ 2020 ਚ। ਸਾਡੇ ਘਰ ਦੇ ਸਰਬਰਾਹ ਸਨ। अच्छा ਵੱਡੇ ਭਾਈ ਸਾਹਿਬ? ਵੱਡੇ ਭਾਈ ਸਨ। ਸਰਬਰਾਹੀ ਉਹਨਾਂ ਦੇ ਕੋਲ ਸੀ। ਉਹ ਪੂਰੇ ਘਰ ਦਾ ਨਿਜ਼ਾਮ ਉਹਨਾਂ ਨੇ ਕੰਟਰੋਲ ਵਿੱਚ ਹੁੰਦਾ ਸੀ ਸਰ। ਉਸ ਤੋਂ ਬਾਅਦ 2024 ਦੇ ਵਿੱਚ ਮੇਰਾ ਛੋਟਾ ਭਾਈ ਗਜ਼ਨਫਰ ਸੁਬਹ ਕਚਹਿਰੀ ਜਾ ਰਿਹਾ ਸੀ। ਇਕਬਾਲ ਨੇ ਅੱਗੇ ਹੋ ਕੇ ਗਜ਼ਨਫਰ ਦਾ ਰਸਤਾ ਰੋਕਿਆ। ਖਾਰ ਹਾਜ਼ਰ ਹੋ ਗਿਆ। ਉਹ ਕਿਧਰੇ ਇਸਨੇ ਪਿੱਛੇ ਕਵਰੇਜ ਦਾ ਸੀ ਕਿ ਗਜ਼ਨਫਰ ਨੂੰ ਗੋਲੀ ਮਾਰ ਦਿੱਤੀ। ਫਿਰ ਇਹ ਮੁਲਜ਼ਮ ਸਿਰਫ ਇਫਤਖਾਰ ਨਾਮੀ ਮੁਲਜ਼ਮ ਗ੍ਰਿਫਤਾਰ ਹੋਇਆ। ਬਾਕੀ ਲੋਕਾਂ ਨੇ ਬਾਰ-ਬਾਰ ਜ਼ਮਾਨਤਾਂ ਕਰਾਈਆਂ। ਇਕਬਾਲ ਅਬ ਤੱਕ ਨਹੀਂ ਪੇਸ਼ ਹੋਇਆ ਸਰ ਜੀ। ਉਸ ਤੋਂ ਬਾਅਦ ਇੱਕ FIR ਇਹ ਹੁਣ ਹੋਈ ਹੈ। ਟਰਾਲੀ ਦੇ ਉੱਪਰ ਹਮਲਾ ਕੀਤਾ ਇਹਨਾਂ, ਲੱਕੜੀਆਂ ਲੈ ਕੇ ਆ ਰਹੇ ਸਨ, ਕੁਝ ਮਜ਼ਦੂਰ ਵੀ ਸੀ ਟਰਾਲੀ ਤੇ। ਇਹਨਾਂ ਨੇ ਕਤਲਾਨਾ ਹਮਲਾ ਉਸ ਜਗ੍ਹਾ ਤੇ ਵੀ ਕੀਤਾ। ਪੁਲਿਸ ਕੋਸ਼ਿਸ਼ ਆਪਣੀ ਕਰ ਰਹੀ ਹੈ ਲੇਕਿਨ ਕੋਈ ਰਿਜ਼ਲਟ ਨਹੀਂ ਦੇ ਰਹੀ। ਇੱਕ ਬੰਦਾ ਇਸ਼ਤਿਹਾਰੀ ਹੋਵੇ ਔਰ ਹੋਵੇ ਵੀ ਇੱਥੇ ਨਹੀਂ, ਇੱਥੇ ਤੁਸੀਂ ਕਿਸ ਤਰ੍ਹਾਂ ਕਹਿ ਸਕਦੇ ਹੋ ਸਰ? ਇੱਥੇ ਕਹਿ ਸਕਦੇ ਆ ਕਿ ਇਹ ਪੱਬੀ ਵਿੱਚ ਹੁੰਦਾ ਹੈ। ਇਸ ਪੱਬੀ ਤੁਸੀਂ ਦੇਖਿਆ, ਕਿਸ ਤਰ੍ਹਾਂ ਕਹਿ ਸਕਦੇ ਹੋ? ਜੀ ਦੇਖਿਆ। ਜਾਂ ਤੁਹਾਨੂੰ ਕੋਈ ਸੁਨੇਹਾ ਕਲਵਾਇਆ ਸੂ ਜਾਂ ਕੀ? ਸੁਨੇਹਾ ਮੇਰੇ ਜਿਤਨੇ ਵੀ ਸ਼ਾਦੀ ਨੂੰ ਉਹਨਾਂ ਸਾਰਿਆਂ ਨੂੰ ਥ੍ਰੈਡ ਕਰ ਰਹੇ। ਗਾਉਂ ਦੇ ਵਿੱਚ ਆ ਕੇ ਆਪਣੇ ਜੋ ਕਾਰਬ ਨੂੰ ਨਾਲ ਲੈ ਕੇ ਸੰਗੀਆਂ ਸਾਥੀਆਂ ਨੂੰ ਲੈ ਕੇ ਮੇਰੇ ਸ਼ਾਦੀਆਂ ਨੂੰ ਮੁਕੰਮਲ ਤੌਰ ਤੇ ਉਸ ਥ੍ਰੈਡ ਕੀਤੇ। ਅਹਿਲੇ ਇਲਾਕਾ ਗਾਉਂ ਪੂਰਾ ਉਹਨਾਂ ਤੋਂ ਖੌਫਜ਼ਦਾ ਹੋਇਆ ਉਸ ਬੰਦੇ ਤੋਂ। CCD ਤੱਕ ਵੀ ਸਰ ਕਈ ਵਾਰ ਰਜੂ ਕੀਤਾ। CCD ਵੀ ਉਸ ਬਾਰੇ 'ਚ ਇਹ ਖਾਮੋਸ਼ ਹੈ ਸਰ ਜੀ। ਮੈਨੂੰ ਬਹੁਤ ਜ਼ਿਆਦਾ ਖਤਰਾ ਹੈ। ਬੀਬੀਆਂ ਨੂੰ ਵੀ ਖਤਰਾ, ਖਾਸ ਤੌਰ ਤੇ ਗਜ਼ਨਫਰ ਦੀ ਬੇਵਾ ਨੂੰ ਖਤਰਾ ਹੈ। ਮੇਰੇ ਵਾਸਤੇ ਬਹੁਤ ਥ੍ਰੈਡ ਔਰ ਮੇਰੇ ਸ਼ਾਦੀਆਂ ਨੂੰ ਘਰਾਂ ਤੱਕ ਆ ਕੇ ਥ੍ਰੈਡ ਕੀਤਾ ਜਾ ਰਿਹਾ। ਸ਼ਾਦੀਆਂ ਨੂੰ ਵੀ ਬਹੁਤ ਜ਼ਿਆਦਾ ਖਤਰਾ ਹੈ। ਇਸੇ ਵਾਸਤੇ ਸ਼ਾਦੀ ਵੀ ਅਦਾਲਤਾਂ ਤੱਕ ਪਹੁੰਚਣ ਤੋਂ ਮਤਲਬ ਹੈ ਨਾਕਾਰਾ।
नहीं पहुंच सक रहे वे। सर बहुत ज़्यादा थ्रेट्स है, बहुत ज़्यादा धमकियाँ हैं। इवन कि मेरे बच्चे जब स्कूल जाते हैं ना, तो जो उनकी ख़वातीन है उनके घर के सामने से गुजर होता है, बिल्कुल घर के सामने उसकी सीढ़ियाँ हैं, तो वो उनकी ख़वातीन सीढ़ियों पे खड़ी होकर देखती हैं, आगे से गाली गलौच भी करती हैं, हमें थ्रेट करने की कोशिश करती हैं। और तकरीबन 2 से 3 दिन पहले की बात है, उन सब ने मिलकर मुझ पे मर्डर अटैक भी किया है। मैं एप्लीकेशन मैंने दर्ज करवाई थी और उन्होंने एक्शन लिया है, जैसे वो ले सकते थे उन्होंने उनको थाने में तलब किया, लेकिन 2 दिन गुजर गया, अभी इतला नहीं आ रही कि वो अभी थाने में पेश नहीं हो रही। खतरा हमें शदीद है, इसके लिए मैं अपील करना चाहूँगी हमारे वज़ीर आज़म शहबाज शरीफ साहब, मरियम नवाज़ साहिबा उनसे, और DPO गुजरात जो यहाँ, और उसके अलावा जो IG पंजाब साहब हैं, कि खुदारा हमारे ऊपर ध्यान दें, इस कदर हमारे ऊपर जुल्म हो गया। जी नाज़रीन, आपने मकतूल गजनफर की बेवा की गुफ्तगू भी सुनी, किस तरह से उनके बच्चे जो हैं वो तालीम हासिल करने से भी महरूम हैं, खौफ के साए में ज़िंदगी गुजार रहे हैं, ना तो बाहर गांव की गलियों में खेलने के लिए निकल सकते हैं, ना ग्राउंड तक जा सकते हैं और ना दुकान पे जा सकते हैं। अभी यहाँ पर अशद ज़रूरत है कि जो इंसाफ के तकाज़े हैं उनको पूरा किया जाए। वो बेसिक मकसद जिसके लिए पुलिस डिपार्टमेंट वजूद में आया था कि अवाम को उसके जान और माल का तहफ़्फ़ुज़ देना, वो यहाँ पर तो पूरा होता नज़र नहीं आ रहा। एक तो यहाँ चौकी कायम करने की अशद ज़रूरत है, यहाँ पर अहलकार तैनात करने की अशद ज़रूरत है, और उसके साथ साथ लोगों को उनके जान और माल का तहफ़्फ़ुज़ तब मिलेगा जब यहाँ पर प्रॉपर इंसाफ का निज़ाम होगा। जो जालिम है वो कैफ़र किरदार को पहुँचेगा और जो मज़लूम है उसकी दाद रसी होगी। जी नाज़रीन, आपने मकतूल के वरसा की रुदात भी सुनी जो कि अरबाब इख्तियार से तहफ़्फ़ुज़ मांगते दिखाई दे रहे थे। ये तहफ़्फ़ुज़ इसी सूरत मुमकिन है जब पब्बी में छुपे इन इश्तिहारियों के खिलाफ ग्रैंड ऑपरेशन किया जाए और इनको गिरफ्तार करके इनके ठिकाने मसमार किए जाए। ये मकतूलीन के वरसा जो कि खौफ और मौत के साए तले ज़िंदगी गुजार रहे हैं, इनके साथ इंसाफ करके कानून के तकाजे पूरे किए जाए। अपने मेज़बान अली अकबर को दीजिए इजाज़त। मज़ीद तफसीलात के लिए देखते रहिए सी न्यूज़ गुजरात।